ਸਰ ਅੱਜ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗਾ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਖਾਸ ਰਹੀ ਪਾਰਲੀਮੈਂਟ ਦੇ ਵਿੱਚ ਜਦੋਂ ਹੁਣ ਜੁੜਨਗੇ ਮੈਂਬਰ ਪਾਰਲੀਮੈਂਟ ਜੀ ਤਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਜੀ ਵਿਰੋਧੀ ਧਿਰਾਂ ਦੇ ਐਮਪੀਆਂ ਨੂੰ ਇੱਕ ਚੇਤਾਵਨੀ ਪੱਤਰ ਦਿੱਤਾ ਜਾਊਗਾ ਤੇ ਜਿਹੜੇ ਬੀਜੇਪੀ ਦੇ ਐਮਪੀ ਨੇ ਉਹਨਾਂ ਦਾ ਘਿਰਾਓ ਕੀਤਾ ਜਾਏਗਾ। ਆਪਣੀ ਲੜਾਈ ਦਾ ਜੋ ਕਿਸਾਨਾਂ ਦੀ ਆ ਉਹ ਕੇਂਦਰ ਦੀ ਸਰਕਾਰ ਨਾਲ ਹੈ। ਤੁਹਾਨੂੰ ਲੱਗਦਾ ਨਹੀਂ ਕਿ ਜੋ ਕਿ ਜਾਮ ਦੇ ਬਾਰੇ ਕਿਹਾ ਗਿਆ ਲੱਖਾਂ ਲੋਕ ਲੰਘਦੇ ਨੇ ਨੈਸ਼ਨਲ ਹਾਈਵੇ ਸਟੇਟ ਹਾਈਵੇ ਤਾਂ ਉਹਨਾਂ ਨੂੰ ਪਰੇਸ਼ਾਨੀ ਹੋਵੇ? ਨਹੀਂ, ਮੈਨੂੰ ਲੱਗਦਾ ਕਿ ਲੋਕ ਇਦੋਂ ਪਹਿਲਾਂ ਜ਼ਿਆਦਾ ਪਰੇਸ਼ਾਨ ਨੇ। ਵੈਸੇ ਤਾਂ ਇਹ ਕਿਸਾਨਾਂ ਦਾ ਮੁੱਦਾ ਨਹੀਂ ਬਣਦਾ ਇਕੱਲਾ, ਜੀ ਇਹ ਲੋਕਾਂ ਦਾ ਜਨਤਕ ਮੁੱਦਾ ਬਣਦਾ। ਤਾਂ ਜੋ ਕੇਂਦਰੀ ਖੇਤੀ ਮੰਤਰੀ ਨੇ ਇੱਕੋ ਰਾਗ ਲਾਪ ਰਹੇ ਨੇ ਕਿ ਅਸੀਂ ਗੱਲਬਾਤ ਲਈ ਤਿਆਰ ਆ, ਪਰ ਹੁਣ ਉਹਨਾਂ ਨੂੰ ਹਮਾਇਤ ਦਿੱਤੀ ਹੈ ਸ਼ਰਦ ਪਵਾਰ ਜੀ ਨੇ। ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਵਿਚਾਰਨਾ ਚਾਹੀਦਾ ਕਿਸਾਨਾਂ ਨੂੰ। ਸ਼ਰਦ ਪਵਾਰ ਦੇ ਮਾਮਲੇ 'ਚ ਇੱਕ ਹੋਰ ਗੱਲ ਵੀ ਕਹੀ ਜਾ ਰਹੀ ਹੈ ਕਿ ਉਹਦਾ ਜਿਹੜਾ ਭਤੀਜਾ ਅਜੀਤ ਪਵਾਰ ਉਹਦੇ ਈਡੀ ਦੀ ਰੇਡ ਹੋਈ ਆ। ਜਿਹੜੇ ਬੰਦਿਆਂ ਦੇ ਖਿਲਾਫ ਇਹ ਏਜੰਸੀਆਂ ਵਰਤੀਆਂ ਜਾ ਸਕਦੀਆਂ ਨੇ, ਸੀਬੀਆਈ, ਈਡੀ ਜਾਂ ਵੱਖ-ਵੱਖ, ਉਹ ਬੰਦੇ ਆਪਣੀ ਜ਼ਮੀਰ ਦੇ ਆਵਾਜ਼ ਦੇ ਨਾਲ ਜਾਂ ਸੋਚ ਦੇ ਨਾਲ ਫੈਸਲਾ ਨਹੀਂ ਲੈ ਪਾਉਂਦੇ। ਸਰ ਤੁਹਾਨੂੰ ਕੀ ਲੱਗਦਾ ਕਿ ਅਜਿਹੇ ਰੋਸ ਪ੍ਰਦਰਸ਼ਨ ਕਰਨਾ ਕੇਂਦਰ ਸਰਕਾਰ ਹਿੱਲੇਗੀ? ਉਸ ਸੰਘਰਸ਼ ਦਾ ਦਬਦਬਾ ਜਿਹੜਾ ਬੈਠਾ ਹੋਇਆ ਉੱਥੇ, ਪੰਜਾਬ ਤੋਂ ਲੈ ਕੇ ਦਿੱਲੀ ਤੱਕ ਟੋਲ ਪਲਾਜ਼ੇ ਬੰਦ ਨੇ ਨਾ। ਸਰਕਾਰ ਦੀ ਰਿਟ ਨਹੀਂ ਚੱਲ ਰਹੀ, ਅੰਦੋਲਨ ਦੀ ਰਿਟ ਚੱਲ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਨਿਰਪੱਖ ਪੋਸਟ ਵੇਖ ਰਹੇ ਹੋ ਤੁਸੀਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿਸਾਨੀ ਅੰਦੋਲਨ ਨੂੰ ਚੱਲਦੇ 7 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਕਿਸਾਨ ਆਗੂ ਜੋ ਨੇ ਉਹ ਕਿਸਾਨਾਂ ਨੂੰ ਲਗਾਤਾਰ ਲਾਮਬੰਦ ਕਰਨ ਦੇ ਲਈ ਵੱਖ-ਵੱਖ ਰਣਨੀਤੀਆਂ ਉਲੀਕ ਰਹੇ ਨੇ। ਇਸ ਤੋਂ ਇਲਾਵਾ ਹੁਣ ਕਿਸਾਨੀ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੇ ਲਈ ਕਿਸਾਨ ਸੰਯੁਕਤ ਮੋਰਚਾ ਵੱਲੋਂ ਜੋ ਹੈ ਹੋਰ ਅਗਲੀ ਰਣਨੀਤੀ ਉਲੀਕ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਜੀ ਪਹੁੰਚੇ ਸੀ ਤੇ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੋ ਕਿ ਇਸ ਫਾਰਮਰ ਜੋ ਅੰਦੋਲਨ ਹੈ ਇਸ ਦੇ ਉੱਪਰ ਕਾਫੀ ਵਿਸ਼ਲੇਸ਼ਣ ਕਰਕੇ ਜੋ ਨੇ ਆਪਣੇ ਤਰਕ ਦਿੰਦੇ ਨੇ। ਸਾਡੇ ਨਾਲ ਸੀਨੀਅਰ ਪੱਤਰਕਾਰ ਹਮੇਸ਼ ਸਿੰਘ ਜੀ ਮੌਜੂਦ ਹੋਣਗੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਰ। ਅੱਜ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗਾ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਖਾਸ ਰਹੀ? ਅਸਲ 'ਚ ਸੰਯੁਕਤ ਮੋਰਚੇ ਨੇ ਇੱਕ ਮੀਟਿੰਗ ਕਰਕੇ ਇੱਕ ਫੈਸਲਾ ਕੀਤਾ, ਕਿਉਂਕਿ ਇੱਕ ਤਾਂ ਬਹੁਤ ਮਹੱਤਵਪੂਰਨ ਪੜਾਅ ਆ ਰਿਹਾ ਹੈ। ਇਹ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ 17 ਤਰੀਕ ਤੋਂ ਜੀ। ਦੂਜਾ, ਤੇਲ ਦੀਆਂ ਕੀਮਤਾਂ ਜਾਂ ਬਾਕੀ ਵੀ ਸਵਾਲ ਸਭ ਦੇ ਸਾਹਮਣੇ ਨੇ, ਕਿਉਂਕਿ ਉੱਥੇ 7.5 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਦਿੱਲੀ ਦੀਆਂ ਬਰੂਹਾਂ ਤੇ ਬੈਠੇ। ਜੀ ਬਿਲਕੁਲ। 22 ਜਨਵਰੀ ਤੋਂ ਬਾਅਦ ਕੋਈ ਗੱਲਬਾਤ ਨਹੀਂ ਚੱਲ ਰਹੀ ਅਸਲ 'ਚ ਕਿਸਾਨਾਂ ਤੇ ਸਰਕਾਰ ਦੇ ਦਰਮਿਆਨ। ਜੀ ਬਿਲਕੁਲ। ਤਾਂ ਇਹਨਾਂ ਨੇ ਕੁਝ ਪ੍ਰੋਗਰਾਮ ਉਲੀਕੇ ਨੇ ਸੰਯੁਕਤ ਮੋਰਚੇ ਨੇ। ਸਭ ਤੋਂ ਪਹਿਲਾ ਪ੍ਰੋਗਰਾਮ ਤਾਂ ਤੁਰੰਤ ਆਇਆ 8 ਤਰੀਕ ਨੂੰ। ਜੀ ਬਿਲਕੁਲ। 8 ਤਰੀਕ ਨੂੰ, ਕਿਉਂਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਾਂ ਰਸੋਈ ਗੈਸ ਦੀਆਂ ਪਹਿਲਾਂ ਹੀ ਸਾਰੇ ਲੋਕਾਂ ਦੇ ਸਾਹਮਣੇ ਹੈ ਕਿ ਹਾਹਾਕਾਰ ਮੱਚੀ ਪਈ ਹੈ। ਜੀ। ਤੇ 8 ਤਰੀਕ ਨੂੰ 10 ਤੋਂ 12 ਵਜੇ ਤੱਕ ਉਹਨਾਂ ਨੇ 2 ਘੰਟੇ ਲਈ ਦੇਸ਼ ਭਰ ਦੇ ਵਿੱਚ ਸੱਦਾ ਦਿੱਤਾ ਹੈ ਕਿ ਮੇਨ ਜਿਹੜੀਆਂ ਨੈਸ਼ਨਲ ਹਾਈਵੇ ਨੇ, ਸਟੇਟ ਹਾਈਵੇ ਨੇ, ਬਾਕੀ ਨੇ, ਜਿੰਨੇ ਵੀ ਸਾਧਨ ਕਿਸੇ ਕੋਲ ਹੈ ਨੇ ਉਹ 2 ਘੰਟੇ ਲਈ ਲਿਆ ਕੇ ਉੱਥੇ ਖੜੇ ਕਰ ਦਿੱਤੇ ਜਾਣ। ਇੱਕ ਸੰਕੇਤਕ ਜਿਹੜਾ ਰੋਸ ਪ੍ਰਗਟ ਕਰਨ ਦੇ ਵਾਸਤੇ ਕਿ ਉਹ ਤੇਲ ਦੀਆਂ ਕੀਮਤਾਂ ਘਟਣੀਆਂ ਚਾਹੀਦੀਆਂ। ਜੀ। ਦੂਜਾ, ਉਹਨਾਂ ਨੇ ਸੱਦਾ ਦਿੱਤਾ ਕਿ ਪਾਰਲੀਮੈਂਟ ਦੇ ਵਿੱਚ ਜਦੋਂ ਹੁਣ ਜੁੜਨਗੇ ਮੈਂਬਰ ਪਾਰਲੀਮੈਂਟ ਜੀ ਤਾਂ ਜਿਹੜੀਆਂ ਵਿਰੋਧੀ ਧਿਰਾਂ ਨੇ, ਜੀ ਵਿਰੋਧੀ ਧਿਰਾਂ ਦੇ ਐਮਪੀਆਂ ਨੂੰ ਇੱਕ ਚੇਤਾਵਨੀ ਪੱਤਰ ਦਿੱਤਾ ਜਾਊਗਾ। ਉਹਨਾਂ ਨੂੰ ਇਹ ਕਿਹਾ ਜਾਣਾ ਇਹਨਾਂ ਵੱਲੋਂ ਕਿ ਜਦੋਂ ਤੁਸੀਂ ਪਾਰਲੀਮੈਂਟ 'ਚ ਜਾਓਗੇ, ਕਿਸਾਨੀ ਦਾ ਮੁੱਦਾ ਨੰਬਰ 1 ਤੌਰ ਤੇ, ਤਰਜੀਹੀ ਤੌਰ ਤੇ ਉਠਾਓਗੇ, ਰਸਮ ਨਹੀਂ ਨਿਭਾਓਗੇ, ਉਹਦੇ ਤੇ ਪੂਰਾ ਜ਼ੋਰਦਾਰ ਤਰੀਕੇ ਨਾਲ ਪਾਰਲੀਮੈਂਟ ਦੇ ਵਿੱਚ ਗੱਲ ਕਰੋਗੇ। ਤੇ ਜਿਹੜੇ ਬੀਜੇਪੀ ਦੇ ਐਮਪੀ ਨੇ ਉਹਨਾਂ ਦਾ ਘਿਰਾਓ ਕੀਤਾ ਜਾਏਗਾ। ਮਤਲਬ ਕਿ ਕਿਉਂਕਿ ਉਹਨਾਂ ਦਾ ਘਿਰਾਓ ਆਲਰੇਡੀ ਚੱਲਦਾ ਇਦੋਂ ਪਹਿਲਾਂ। ਤੇ ਇਦੋਂ ਬਾਅਦ ਫਿਰ ਇੱਕ ਗੱਲ ਇਹਨਾਂ ਨੇ ਇਹ ਕੀਤੀ ਹੈ ਕਿ 20 ਦਿਨ ਲਗਭਗ ਉਹ ਸੈਸ਼ਨ ਚੱਲਣਾ ਹੈ ਪਾਰਲੀਮੈਂਟ ਦਾ ਸਰਦ ਰੁੱਤ ਦਾ। 20 ਦੇ 20 ਦਿਨ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਦੇ 5-5 ਬੰਦੇ, ਲਗਭਗ ਜਿਵੇਂ 40 ਜਥੇਬੰਦੀਆਂ ਨੇ ਤਾਂ 200 ਦੇ ਕਰੀਬ ਬੰਦਾ ਜੀ ਪਾਰਲੀਮੈਂਟ ਦੇ ਸਾਹਮਣੇ ਜਾ ਕੇ ਧਰਨੇ ਤੇ ਬੈਠਿਆ ਕਰੂਗਾ। ਇੱਕ ਜਥਾ ਇੱਕ ਦਿਨ ਜਾਊਗਾ, ਦੂਜੇ ਦਿਨ ਦੂਜਾ ਜਥਾ ਜਾਊਗਾ, ਤੀਜੇ ਦਿਨ ਤੀਜਾ ਜਥਾ ਜਾਊਗਾ। ਇਹ ਇੱਕ ਸਿੰਬੋਲਿਕ ਇੱਕ ਉਸ ਪੱਧਰ ਦਾ ਪਾਰਲੀਮੈਂਟ ਦੇ ਵਿੱਚ ਵੱਲੋਂ ਜਾਣ ਦਾ ਵੀ ਜਿਹੜਾ ਇੱਕ ਪੁਰਾਣਾ ਸੀ। ਔਰ ਇਹ ਕਹਿਣਾ ਹੈ ਕਿਸਾਨ ਆਗੂਆਂ ਦਾ ਕਿ ਜਿਹੜਾ ਵੱਡਾ ਇੱਕ ਗਰੁੱਪ ਜਾਣਾ ਸੀ, ਕੁਝ ਲੋਕ ਇਹ ਦਲੀਲ ਦਿੰਦੇ ਨੇ ਨਾ ਕਿ ਇੱਕ ਵੱਡਾ ਗਰੁੱਪ ਜਾਣਾ ਚਾਹੀਦਾ ਹੈ ਭੀੜ ਦੇ ਤੌਰ ਤੇ, ਤਾਂ ਉਹਨਾਂ ਨੂੰ ਲੱਗਦਾ ਕਿ ਕੁਝ ਖਰਾਬ ਕਰਨ ਵਾਲੇ ਲੋਕ ਵੀ ਵਿੱਚ ਪੈ ਜਾਂਦੇ ਨੇ। ਮੋਰਚਾ ਸ਼ਾਂਤਮਈ ਹੈ, ਟਕਰਾਰ ਰਹਿਤ ਹੈ ਤੇ ਇਖਲਾਕ ਦੇ ਜ਼ੋਰ ਤੇ ਆਪਣੇ ਸਬਰ ਸੰਤੋਖ ਦੇ ਜ਼ੋਰ ਤੇ ਜਿੱਤਣਾ ਚਾਹੁੰਦਾ ਹੈ। ਇਸੇ ਕਰਕੇ ਉਹਨਾਂ ਨੇ ਥੋੜੇ ਬੰਦਿਆਂ ਦਾ ਇੱਕ ਸਿੰਬੋਲਿਕ ਉੱਥੇ ਧਰਨਾ ਦੇਣ ਦਾ ਫੈਸਲਾ ਕੀਤਾ। ਸਰ ਇਸ ਦੇ ਲਈ ਕੋਈ ਬਕਾਇਦਾ ਪਰਮਿਸ਼ਨ ਵੀ ਦਿੱਲੀ ਪ੍ਰਸ਼ਾਸਨ ਵੱਲੋਂ ਲਈ ਗਈ ਹੈ? ਨਹੀਂ, ਉਹਨਾਂ ਨੇ ਕੋਈ ਨਹੀਂ ਲਈ। ਉਹ ਕਹਿੰਦੇ ਨੇ ਕਿ ਵੀ ਉਹ ਉਹਨਾਂ ਤੇ ਨਿਰਭਰ ਕਰਦਾ ਹੈ। ਮੰਨ ਲਓ ਜਾਣਗੇ, ਬੱਸਾਂ 'ਚ ਜਾਣਗੇ, ਉਹ ਜਾਣ ਦਿੰਦੇ ਨੇ ਤਾਂ ਠੀਕ ਹੈ, ਨਹੀਂ ਤਾਂ ਗ੍ਰਿਫਤਾਰ ਕਰ ਲੈਣ। ਗ੍ਰਿਫਤਾਰ ਕਰਦੇ ਨੇ ਤਾਂ ਠੀਕ ਹੈ। ਇਹ ਜੋ ਪ੍ਰਸ਼ਾਸਨ ਦਾ ਜਾਂ ਗਵਰਨਮੈਂਟ ਦਾ ਜੋ ਫੈਸਲਾ ਉਹ ਉਹਨਾਂ ਤੇ ਛੱਡਤਾ ਹੈ। ਪਰ ਇਹਨਾਂ ਨੇ ਆਪਣਾ ਫੈਸਲਾ ਇਹ ਕੀਤਾ ਕਿ ਅਸੀਂ ਬੱਸਾਂ 'ਚ ਜਾਵਾਂਗੇ, 200 ਬੰਦਾ ਉੱਥੇ ਤੱਕ ਜਾਣ ਦਿੰਦੇ ਨੇ, ਪਹਿਲਾਂ ਘੇਰ ਲੈਂਦੇ ਨੇ, ਜਾਂ ਜਾ ਕੇ ਕੋਈ ਅਰੈਸਟ ਵੀ ਹੁੰਦੀ ਹੈ ਤਾਂ ਅਰੈਸਟ ਦੇਣ ਲਈ ਵੀ ਤਿਆਰ ਨੇ। ਕਿਸਾਨਾਂ ਨੂੰ ਇਹ ਲੱਗਦਾ ਕਿ ਜੋ ਵੀ ਹੋਏਗਾ
ਸਰ ਇੱਕ ਇੱਥੇ ਕੁਐਸਚਨ ਬਣਦਾ ਕਿ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਕਾਫੀ ਸਮੇਂ ਤੋਂ ਲੰਬਾ ਅੰਦੋਲਨ ਚੱਲ ਰਿਹਾ ਤੇ ਇਸ ਤੋਂ ਇਲਾਵਾ ਵੀ ਕਈ ਪ੍ਰਦਰਸ਼ਨ ਕੀਤੇ ਜਾ ਚੁੱਕੇ ਨੇ, ਤੁਹਾਨੂੰ ਲੱਗਦਾ ਕਿ ਜਿਹੜਾ ਹੁਣ ਦਾ ਪ੍ਰਦਰਸ਼ਨ ਦਿੱਤਾ ਗਿਆ ਇਹ ਆਮ ਲੋਕਾਂ ਨੂੰ ਤੰਗ ਕਰਨ ਵਾਲਾ ਨਹੀਂ, ਕਿਉਂਕਿ ਆਪਣੀ ਲੜਾਈ ਦਾ ਜੋ ਕਿਸਾਨਾਂ ਦੀ ਆ ਉਹ ਕੇਂਦਰ ਦੀ ਸਰਕਾਰ ਨਾਲ ਹੈ? ਤੁਹਾਨੂੰ ਲੱਗਦਾ ਨਹੀਂ ਕਿ ਜੋ ਕਿ ਜਾਮ ਦੇ ਬਾਰੇ ਕਿਹਾ ਗਿਆ, ਲੱਖਾਂ ਲੋਕ ਲੰਘਦੇ ਨੇ ਨੈਸ਼ਨਲ ਹਾਈਵੇ, ਸਟੇਟ ਹਾਈਵੇ, ਤਾਂ ਉਹਨਾਂ ਨੂੰ ਪਰੇਸ਼ਾਨੀ ਹੋਵੇਗੀ? ਨਹੀਂ, ਮੈਨੂੰ ਲੱਗਦਾ ਕਿ ਲੋਕ ਇਦੋਂ ਪਹਿਲਾਂ ਜ਼ਿਆਦਾ ਪਰੇਸ਼ਾਨ ਨੇ। ਵੈਸੇ ਤਾਂ ਇਹ ਕਿਸਾਨਾਂ ਦਾ ਮੁੱਦਾ ਨਹੀਂ ਬਣਦਾ ਇਕੱਲਾ, ਇਹ ਲੋਕਾਂ ਦਾ ਜਨਤਕ ਮੁੱਦਾ ਬਣਦਾ ਤੇ ਸਿਆਸੀ ਧਿਰਾਂ ਦਾ ਮੁੱਦਾ ਬਣਦਾ ਹੈ ਕਿ ਇੰਨਾ ਵੱਡਾ 100 ਰੁਪਏ ਤੋਂ ਉੱਪਰ ਪੈਟਰੋਲ ਚਲਾ ਗਿਆ, 100 ਰੁਪਏ ਦੇ ਨੇੜੇ ਡੀਜ਼ਲ ਹੋ ਗਿਆ ਤੇ ਲੋਕਾਂ ਦੀਆਂ ਜੇਬਾਂ ਬੁਰੀ ਤਰ੍ਹਾਂ ਕੱਟੀਆਂ ਜਾ ਰਹੀਆਂ ਨੇ। ਲੋਕ ਆਮ ਮੁਹਾਰੇ ਵੀ ਮੁਜ਼ਾਹਰੇ ਕਰ ਰਹੇ ਨੇ। ਇਹ ਸੱਦਾ ਦੇਣਾ ਚਾਹੀਦਾ ਸੀ ਕਿਸੇ ਸਿਆਸੀ ਧਿਰਾਂ ਨੂੰ। ਬਾਕੀ 2 ਘੰਟੇ ਨਾਲ ਕੋਈ ਬਹੁਤ ਬੜਾ ਫਰਕ, 2 ਘੰਟੇ ਸੰਕੇਤਕ ਹੀ ਹੈ ਔਰ ਜੇ ਲੋਕਾਂ ਨੂੰ ਲੱਗਦਾ ਕਿ ਹਾਂ ਵਾਕਈ ਪੈਟਰੋਲ ਵੱਧ ਰਿਹਾ ਜਾਂ ਡੀਜ਼ਲ ਵੱਧ ਰਿਹਾ, ਸਾਡੀ ਜੇਬ ਤੇ ਡਾਕਾ ਪੈ ਰਿਹਾ ਤਾਂ ਉਹ ਸ਼ਾਮਲ ਹੋ ਜਾਣਗੇ। ਕਿਸੇ ਨੂੰ ਜ਼ਬਰਦਸਤੀ ਵਾਲੀ ਤਾਂ ਗੱਲ ਨਹੀਂ ਹੈ ਨਾ ਕਿ ਜ਼ਬਰਦਸਤੀ ਰੋਕ ਦੇਣਾ ਉੱਥੇ। ਇਹ ਸੱਦਾ ਹੈ ਬਹੁਤ ਜ਼ਿਆਦਾ ਕਿ ਵਲੰਟਰਲੀ ਆਪ ਮੁਹਾਰੇ ਤੁਸੀਂ ਉੱਥੇ ਰੁਕ ਜਾਓ 2 ਘੰਟੇ, ਉਦੋਂ ਬਾਅਦ ਤੁਸੀਂ ਜਾਓ ਜਿੱਥੇ ਵੀ ਕਿਤੇ ਜਾਣਾ ਤਾਂ ਕਿ ਇੱਕ ਉਸ ਪੱਧਰ ਦਾ ਹੋਏ। ਔਰ ਇੰਨਾ ਡੀਜ਼ਲ ਤੇ ਪੈਟਰੋਲ ਮਹਿੰਗਾ ਕਦੇ ਵੀ ਨਹੀਂ ਹੋਇਆ ਸਾਡੇ ਨਾ ਦੇਸ਼ ਦੇ ਵਿੱਚ ਕਦੇ, ਕਿਉਂਕਿ ਉਹ ਕਹਿੰਦੇ ਨੇ ਕਿ ਸਾਰੇ ਲੋਕਾਂ ਨੂੰ ਵੀ ਪਤਾ ਕਿ ਬਹੁਤ ਵੱਡੀ ਗਿਣਤੀ 'ਚ ਜਿਹੜਾ ਉਹ ਟੈਕਸ ਹੈ, ਲਗਭਗ 60% ਟੈਕਸ ਹੈ ਤੇ ਬਾਕੀ ਤੇਲ ਤਾਂ ਬਹੁਤ ਥੋੜਾ ਮਹਿੰਗਾ, ਉਸ ਲੈਵਲ ਤੇ ਨਹੀਂ ਹੈ। ਔਰ ਉਹ ਟੈਕਸ ਘਟਾ ਲਓ ਤੁਸੀਂ, ਟੈਕਸ ਗਵਰਨਮੈਂਟ ਆਫ ਇੰਡੀਆ ਦਾ ਵੀ ਟੈਕਸ ਹੈ ਲਗਭਗ 39 ਰੁਪਏ 1 ਲੀਟਰ ਤੇ ਇਸੇ ਤਰ੍ਹਾਂ ਪੰਜਾਬ ਗਵਰਨਮੈਂਟ ਜਾਂ ਦੂਜੀਆਂ ਸੂਬਾ ਸਰਕਾਰਾਂ ਦਾ ਵੈਟ ਦੇ ਰੂਪ 'ਚ 22 ਤੋਂ 23 ਰੁਪਏ ਦੇ ਕਰੀਬ ਉਹ ਟੈਕਸ ਹੈ। ਉਹ ਟੈਕਸਾਂ ਕਰਕੇ ਜ਼ਿਆਦਾ ਮਹਿੰਗਾਈ ਹੈ ਔਰ ਲੋਕਾਂ 'ਚ ਇਸੇ ਕਰਕੇ ਉਹ ਗੁੱਸਾ ਵੀ ਹੈ ਤੇ ਉਸੇ ਗੁੱਸੇ ਨੂੰ ਚੈਨਲਾਈਜ਼ ਕਰਨ ਲਈ ਉਹ ਇਹਨਾਂ ਨੇ ਸੱਦਾ ਦਿੱਤਾ। ਸਰ ਜਿਹੜਾ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਦਿੱਤਾ ਗਿਆ, ਇਸ ਦੇ ਉੱਪਰ ਦੀਪ ਸਿੱਧੂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਦੀਪ ਸਿੱਧੂ ਦਾ ਤੁਸੀਂ ਸੁਣਿਆ ਹੋਣਾ, ਉਹਨਾਂ ਨੇ ਕਿਹਾ ਕਿ ਜੋ ਇਸ ਤਰੀਕੇ ਦੇ ਸੱਦੇ ਦਿੱਤੇ ਗਏ ਨੇ ਇਸ ਦੇ ਨਾਲ ਆਮ ਜਨਤਾ ਨੂੰ ਹਰਾਸਮੈਂਟ ਜ਼ਿਆਦਾ ਹੁੰਦੀ ਹੈ। ਹਾਲਾਂਕਿ ਇਹ ਕੰਮ ਜੋ ਹੈ ਉਹ ਪੋਲੀਟੀਕਲੀ ਪਾਰਟੀਆਂ ਦਾ, ਕਿਸਾਨਾਂ ਦਾ ਕੰਮ ਹੈ ਸਿਰਫ ਕਿਸਾਨੀ ਮੁੱਦਿਆਂ ਨੂੰ ਰੱਖਣਾ। ਸਰ ਤੁਹਾਨੂੰ ਕੀ ਲੱਗਦਾ ਦੀਪ ਸਿੱਧੂ ਨੂੰ ਕਿਵੇਂ ਦੇਖਦੇ ਹੋ ਤੁਸੀਂ ਉਹਨਾਂ ਦੇ ਇਹ ਬਿਆਨ ਨੂੰ? ਮੈਨੂੰ ਲੱਗਦਾ ਦੀਪ ਸਿੱਧੂ ਇਸ ਅੰਦੋਲਨ 'ਚੋਂ ਬਾਹਰ ਦਾ ਬੰਦਾ ਹੈ। ਉਹਨੇ ਆਪਣਾ ਇੱਕ ਕਰਕੇ ਦੇਖ ਲਿਆ, 3 ਮਹੀਨੇ ਰਿਹਾ ਬਾਹਰ, ਆ ਕੇ ਉਹ ਅਦਾਲਤਾਂ ਦੇ ਵੀ ਗੁਣਗਾਨ ਕਰਦਾ, ਬਾਹਰ ਆ ਕੇ ਉਹ ਸ਼ਹੀਦਾਂ ਦੇ ਪਹਿਰੇ ਦੀ ਗੱਲ ਕਰਦਾ, ਬਾਹਰ ਆ ਕੇ ਉਹ ਸਿੱਧਾ ਗੱਲਾਂ ਕਰਦਾ, ਕਿਉਂਕਿ ਉਹਦੀ ਜ਼ਿੰਮੇਵਾਰੀ ਨਹੀਂ ਹੈ। ਜੇ ਉਹਦੇ 'ਚ ਜ਼ਿੰਮੇਵਾਰੀ ਹੋਵੇ, ਜਿੱਥੇ ਤੁਸੀਂ ਫੈਸਲੇ ਕਰਦੇ ਹੋ ਤੁਹਾਡੀ ਜਵਾਬਦੇਹੀ ਵੀ ਹੋਵੇ, ਫਿਰ ਤੁਹਾਨੂੰ ਅਲੱਗ ਤਰ੍ਹਾਂ ਦਾ ਸੋਚਣ ਦੀ ਗੱਲ ਹੁੰਦੀ ਹੈ। ਜਿਹੜੇ ਤੁਸੀਂ ਗੱਲ ਕਰਦੇ ਹੋ ਕਿ ਡੈਮੋਕ੍ਰੈਟਿਕ ਸਟਰਗਲ ਜਿਹੜੀ ਹੁੰਦੀ ਹੈ, ਜਮਹੂਰੀ ਸਟਰਗਲ, ਉਹ ਬਹੁਤ ਦੇਖ ਦੂਖ ਕੇ ਚੱਲਣੀ ਪੈਂਦੀ ਹੈ। ਸਰਕਾਰਾਂ ਚਾਹੁੰਦੀਆਂ ਨੇ ਕਿ ਹਿੰਸਕ ਹੋ ਜੇ ਸਟਰਗਲ। ਹਿੰਸਕ ਸਟਰਗਲ ਨੂੰ ਮਾਰਨਾ ਵੀ ਬਹੁਤ ਸੌਖਾ ਕੰਮ ਹੁੰਦਾ, ਬੰਦਿਆਂ ਦਾ ਨੁਕਸਾਨ ਵੀ ਹੋ ਜਾਂਦਾ ਜਾਨੀ ਮਾਲੀ, ਤੇ ਬਾਕੀ ਲੋਕ ਵੀ ਡਰ ਕੇ ਸਗੋਂ ਸਰਕਾਰ ਦੇ ਨਾਲ ਹੋ ਜਾਂਦੇ ਨੇ। ਇਸ ਕਰਕੇ ਪਰਖ ਦੀ ਘੜੀ ਹੈ। ਇਸ ਕਰਕੇ ਬਾਹਰ ਬੈਠ ਕੇ ਗੱਪਸ਼ਪ ਮਾਰਨਾ ਜਾਂ ਕੁਝ ਨਸੀਹਤਾਂ ਦੇਣਾ ਅਲੱਗ ਚੀਜ਼ ਹੁੰਦੀ ਹੈ। ਅੰਦੋਲਨ ਉਹ ਆਪਣਾ ਇੱਕ ਪੈਰਲਲ ਅੰਦੋਲਨ ਸਟਾਰਟ ਕਰਕੇ ਦੇਖ ਲਏ ਕਿ ਕਿਸ ਤਰੀਕੇ ਨਾਲ ਕਰਦੇ ਨੇ। ਜਿਹੜਾ ਉਹਨੂੰ ਚੰਗਾ ਲੱਗਦਾ ਉਹ ਜਿਹਾ ਕਰਕੇ ਦੇਖ ਲਏ, ਫਿਰ ਪਤਾ ਲੱਗਦਾ ਨਾ। ਐਂ ਨਹੀਂ ਪਤਾ ਲੱਗਦਾ ਕਿ ਤੁਸੀਂ ਦੂਜਿਆਂ ਤੇ ਦੁਸ਼ਮਣਬਾਜ਼ੀ ਕਰ ਰਹੇ ਹੋ। ਸਰ ਇੱਕ ਜਿਵੇਂ ਆਪਾਂ ਦੇਖਿਆ ਕਿ ਲਗਾਤਾਰ ਜੋ ਕੇਂਦਰੀ ਖੇਤੀ ਮੰਤਰੀ ਨੇ ਇੱਕੋ ਰਾਗ ਲਾਪ ਰਹੇ ਨੇ ਕਿ ਅਸੀਂ ਗੱਲਬਾਤ ਲਈ ਤਿਆਰ ਆ, ਪਰ ਹੁਣ ਉਹਨਾਂ ਨੂੰ ਹਮਾਇਤ ਦਿੱਤੀ ਹੈ ਸ਼ਰਦ ਪਵਾਰ ਜੀ ਨੇ। ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਵਿਚਾਰਨਾ ਚਾਹੀਦਾ ਕਿਸਾਨਾਂ ਨੂੰ। ਤੁਸੀਂ ਸ਼ਰਦ ਪਵਾਰ ਨੂੰ ਕਿਵੇਂ ਦੇਖਦੇ, ਕਿਉਂਕਿ ਉਹ ਖੁਦ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਾਬਕਾ ਖੇਤੀ ਮੰਤਰੀ ਰਹਿ ਚੁੱਕੇ ਨੇ? ਨਹੀਂ, ਪਾਲਿਸੀ ਦੇ ਤੌਰ ਤੇ ਚਾਹੇ ਯੂਪੀਏ ਸਰਕਾਰ ਰਹੀ ਚਾਹੇ ਇਹ ਬੀਜੇਪੀ ਸਰਕਾਰ ਰਹੀ, ਕੋਈ ਫਰਕ ਨਹੀਂ ਹੈ। ਇਹ ਕਾਰਪੋਰੇਟ ਵਿਕਾਸ ਦੇ ਮਾਡਲ ਤੇ ਚੱਲਦੇ ਨੇ। ਇਸ ਕਰਕੇ ਇਹ ਜਿਹੜੇ ਬਾਕੀ ਵੀ ਹਮਾਇਤ ਵੀ ਕਰ ਰਹੀਆਂ ਧਿਰਾਂ ਨੇ, ਦੂਜੀਆਂ ਪਾਰਟੀਆਂ, ਉਹ ਦਬਾਅ 'ਚ ਕਰ ਰਹੀਆਂ ਨੇ, ਪਾਲਿਸੀ ਦੇ ਤੌਰ ਤੇ ਨਹੀਂ ਹੈ। ਨਹੀਂ ਤਾਂ ਬਹੁਤ ਵੱਡੇ ਪੱਧਰ ਤੇ ਪਾਲਿਸੀ ਆਪਣੀ ਦੱਸਦੇ ਕਿ ਉਹਨਾਂ ਕੋਲ ਕੀ ਹੈ ਤਾਂ ਉਹ ਕੀ ਕਰਨਾ ਚਾਹੁੰਦੇ ਨੇ। ਔਰ ਇਸੇ ਤਰ੍ਹਾਂ ਸ਼ਰਦ ਪਵਾਰ ਹੈ। ਸ਼ਰਦ ਪਵਾਰ ਦੇ ਮਾਮਲੇ 'ਚ ਇੱਕ ਹੋਰ ਗੱਲ ਵੀ ਕਹੀ ਜਾ ਰਹੀ ਹੈ ਕਿ ਉਹਦਾ ਜਿਹੜਾ ਭਤੀਜਾ ਅਜੀਤ ਪਵਾਰ, ਉਹਦੇ ਈਡੀ ਦੀ ਰੇਡ ਹੋਈ ਆ। ਹਾਲਾਂਕਿ ਉਹਨੇ ਡਿਨਾਈ ਕੀਤਾ, ਪਰ ਇਦੋਂ ਪਹਿਲਾਂ ਵੀ ਤੁਹਾਡੇ ਯਾਦ ਹੋਣਾ ਮਹਾਰਾਸ਼ਟਰ ਦੀ ਗਵਰਨਮੈਂਟ ਵੇਲੇ ਉਹ ਬੀਜੇਪੀ 'ਚ ਚਲਾ ਗਿਆ ਸੀ ਜਿਹੜਾ ਉਹਦਾ ਭਤੀਜਾ। ਉਹ ਤਾਂ ਫਿਰ ਇਹ ਸਾਰੇ ਤਿੰਨੇ ਧਿਰਾਂ ਇਕੱਠੀਆਂ ਹੋ ਕੇ ਇਹਨਾਂ ਨੇ ਅਲੱਗ ਸਰਕਾਰ ਬਣਾਈ ਤਾਂ ਵਾਪਸ ਆਇਆ ਬੀਜੇਪੀ 'ਚ ਜਾਣ ਤੋਂ। ਕਿਉਂਕਿ ਜਿਹੜੇ ਬੰਦੇ ਕਮਜ਼ੋਰ ਨੇ, ਜਿਹੜੇ ਬੰਦਿਆਂ ਦੇ ਖਿਲਾਫ ਇਹ ਏਜੰਸੀਆਂ ਵਰਤੀਆਂ ਜਾ ਸਕਦੀਆਂ ਨੇ, CBI, ED ਜਾਂ ਵੱਖ-ਵੱਖ, ਉਹ ਬੰਦੇ ਆਪਣੀ ਜ਼ਮੀਰ ਦੇ ਆਵਾਜ਼ ਦੇ ਨਾਲ ਜਾਂ ਸੋਚ ਦੇ ਨਾਲ ਫੈਸਲਾ ਨਹੀਂ ਲੈ ਪਾਉਂਦੇ। ਇਸੇ ਕਰਕੇ ਕਿਸਾਨ ਅੰਦੋਲਨ ਨੇ ਇਹ ਕਿਹਾ ਕਿ ਜਿਹੜਾ ਵੀ ਇਸ ਵਿਚਾਰਧਾਰਾ ਦੇ ਪੱਖ 'ਚ ਹੈ ਕਿ ਅੰਦੋਲਨ ਹੈ। ਬਾਕੀ ਤਾਂ ਹੁਣ ਦੇਖੀ ਜਾਣਾ ਚਾਹੀਦਾ। ਜ਼ਰੂਰੀ ਸੇਵਾਵਾਂ ਦਾ ਕਾਨੂੰਨ ਸੀ, ਉਹ ਕਾਨੂੰਨ ਜੇ ਲਾਗੂ ਹੁੰਦਾ ਤਾਂ ਸੁਪਰੀਮ ਕੋਰਟ ਨੇ ਸਟੇ ਕੀਤਾ ਹੋਇਆ ਤਾਂ ਗਵਰਨਮੈਂਟ ਆਫ ਇੰਡੀਆ ਇਹ ਥੋੜੀ ਫੈਸਲਾ ਲੈ ਸਕਦੀ ਸੀ ਕਿ ਉਹਦੇ ਤੇ ਅਸੀਂ ਰੋਕ ਲਾਤੀ ਹੈ ਉਹਦੇ ਐਕਸਪੋਰਟ ਤੇ, ਉਹਦੇ ਤੇ ਅਸੀਂ 200 ਟਨ ਥੋਕ ਦੇ ਵਿੱਚ ਤੇ 5 ਟਨ ਅਸੀਂ ਫਰਚੂਨ ਵਾਲਿਆਂ ਦੇ ਬੰਦਿਆਂ ਤੇ ਇਦੋਂ ਵੱਧ ਸਟਾਕ ਨਹੀਂ ਰੱਖ ਸਕਣਗੇ। ਫਿਰ ਤਾਂ ਤੁਸੀਂ ਮਹਿੰਗਾਈ ਨਾਲ ਹੀ ਮਾਰੇ ਜਾਣੇ ਸੀ ਸਾਰੇ। ਉਹ ਕਾਨੂੰਨ ਪਹਿਲਾਂ ਹੀ ਦੱਸ ਰਿਹਾ ਕਿ ਤੁਸੀਂ ਲਾਗੂ ਹੋਣ ਤੋਂ ਪਹਿਲਾਂ ਤੁਹਾਡੇ ਖਿਲਾਫ ਜਾ ਰਿਹਾ, ਆਪਦੇ ਗਵਰਨਮੈਂਟਾਂ ਦੇ ਵੀ ਤੇ ਲੋਕਾਂ ਦੇ ਵੀ। ਇਸ ਕਰਕੇ ਉਹਦੀ ਅਪਰੋਚ ਤੋਂ ਦੇਖਣ ਦੀ ਲੋੜ ਹੈ ਕਿ ਕੀ ਉਹ ਲੋਕਾਂ ਦੇ ਪੱਖ 'ਚ ਹੈ ਜਾਂ ਨਹੀਂ। ਉਹ ਜਿਹੜਾ ਬੰਦਾ ਵੀ ਲੋਕਾਂ ਦੇ ਪੱਖ 'ਚ ਨਹੀਂ, ਉਹ ਦੂਜੇ ਪਾਸੇ ਖੜਦੇ ਹੀ ਰਹਿਣਗੇ। ਸਿਆਸਤਦਾਨ ਵੀ ਖੜਦੇ ਨੇ, ਕੁਝ ਹੋਰ ਲੋਕ ਵੀ, ਪਰ ਜਿਹੜੇ ਜੈਨੂਅਨ ਲੋਕ ਨੇ ਜਿਨ੍ਹਾਂ ਨੂੰ ਸਮਝ ਆਈ ਹੋਈ ਹੈ ਤੇ ਉਹ ਆਪਣੀ ਗੱਲ ਤੇ ਸਬਰ ਨਾਲ ਖੜੇ ਹੋਏ ਨੇ।
ਸਰ ਤੁਹਾਨੂੰ ਕੀ ਲੱਗਦਾ ਕਿ ਅਜਿਹੇ ਰੋਸ ਪ੍ਰਦਰਸ਼ਨ ਕਰਨਾ ਕੇਂਦਰ ਸਰਕਾਰ ਹਿੱਲੇਗੀ, ਕਿਉਂਕਿ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਕਾਫੀ ਸੰਘਰਸ਼ ਨੂੰ ਤਿੱਖਾ ਵੀ ਕਰਕੇ ਦੇਖ ਲਿਆ ਗਿਆ, ਪਰ ਹਾਲੇ ਵੀ ਉਹਨਾਂ ਵੱਲੋਂ ਕੋਈ ਜੋ ਹੈ ਐਕਸ਼ਨ ਨਹੀਂ ਲਿਆ ਗਿਆ। ਹਾਲਾਂਕਿ ਚਿੱਠੀ ਵੀ ਭੇਜੀ ਗਈ ਹੈ ਗੱਲਬਾਤ ਦੇ ਲਈ। ਤੁਹਾਨੂੰ ਲੱਗਦਾ ਹੈ ਕਿ ਹੁਣ ਇਸ ਦੇ ਨਾਲ ਕੋਈ ਫਰਕ ਪਏਗਾ? ਨਹੀਂ, ਫਰਕ ਪੈਂਦਾ ਹੀ ਹੈ। ਉਸ ਸੰਘਰਸ਼ ਦਾ ਦਬਦਬਾ ਜਿਹੜਾ ਬੈਠਾ ਹੋਇਆ ਉੱਥੇ, ਪੰਜਾਬ ਤੋਂ ਲੈ ਕੇ ਦਿੱਲੀ ਤੱਕ ਟੋਲ ਪਲਾਜ਼ੇ ਬੰਦ ਨੇ ਨਾ। ਸਰਕਾਰ ਦੀ ਰਿਟ ਨਹੀਂ ਚੱਲ ਰਹੀ, ਅੰਦੋਲਨ ਦੀ ਰਿਟ ਚੱਲ ਰਹੀ ਹੈ। ਅੱਜ ਤੱਕ ਤੁਸੀਂ ਇੱਕ ਵੀ ਗੱਲ ਬੰਦ ਕਰਕੇ ਦਿਖਾਓ। ਜਿੰਨੇ ਵੀ ਪੰਜਾਬ ਤੇ ਹਰਿਆਣੇ ਦੇ ਵਿੱਚ ਹੋਰ ਕਾਰਪੋਰੇਟ ਦੇ ਦਫ਼ਤਰ ਨੇ, ਕਾਰਪੋਰੇਟ ਦੇ ਮਾਲ ਨੇ, ਬਾਕੀ ਚੀਜ਼ਾਂ ਨੇ, ਉਹ ਬੰਦ ਨੇ, ਉਹ ਨਹੀਂ ਚੱਲ ਰਹੀਆਂ। ਰਾਜਸਥਾਨ ਦੇ ਵਿੱਚ 30 ਟੋਲ ਪਲਾਜ਼ੇ ਬੰਦ ਨੇ, ਅਜੇ ਤੱਕ ਨਹੀਂ ਚੱਲ ਰਹੀਆਂ। ਉਹ ਅਲੱਗ ਗੱਲ ਹੈ ਕਿ ਖਬਰਾਂ ਇੱਧਰ ਨਹੀਂ, ਨੈਸ਼ਨਲ ਮੀਡੀਆ ਖਬਰਾਂ ਉਸ ਲੈਵਲ ਤੇ ਨਹੀਂ ਉਹ ਕਰ ਰਿਹਾ। ਤੇ ਇਦੋਂ ਬਿਨਾਂ ਯੂਪੀ ਦੀ ਇਲੈਕਸ਼ਨ ਆ ਰਹੀ ਹੈ, ਜਿੱਥੇ ਕਿਸਾਨ ਅੰਦੋਲਨ ਨੇ ਇਹ ਫੈਸਲਾ ਕੀਤਾ ਕਿ ਮੁਜ਼ੱਫਰਨਗਰ 'ਚ ਵੱਡੀ ਰੈਲੀ ਕਰਕੇ ਉਸ ਤੋਂ ਬਾਅਦ ਯੂਪੀ ਦੇ ਵਿੱਚ ਕੰਪੇਨ ਕਰਨੀ ਹੈ। ਪੰਚਾਇਤ ਚੋਣਾਂ 'ਚ ਉਹਨਾਂ ਨੂੰ ਲੱਗਿਆ ਝਟਕਾ ਥੋੜ੍ਹਾ ਬਹੁਤ, ਇਸ ਕਰਕੇ ਬੀਜੇਪੀ ਦੇ ਅੰਦਰੋਂ ਵੀ ਕਈ ਲੀਡਰਾਂ ਦੇ ਬਿਆਨ ਆਉਣੇ ਸ਼ੁਰੂ ਹੋਏ ਨੇ ਕਿ ਕੁਝ ਕਰਨ ਦੀ ਲੋੜ ਹੈ, ਤਾਲਮੇਲ। ਉੱਥੇ ਬੈਠੇ ਹੋਏ ਸਭ ਤੋਂ ਬੜਾ ਐਕਸ਼ਨ ਹੈ ਅਸਲ ਦੇ ਵਿੱਚ। ਉੱਥੇ ਬੈਠੇ ਹੋਏ ਦੇ ਦੁਨੀਆ ਦਾ ਸਭ ਤੋਂ ਇੰਪੋਰਟੈਂਟ ਆਦਮੀ ਹੈ ਇਸ ਸਮੇਂ, ਨੋਮ ਚਮਸਕੀ। ਉਹ ਅੰਦੋਲਨ ਬਾਰੇ ਕਹਿ ਰਿਹਾ ਕਿ ਅੰਦੋਲਨ ਦੁਨੀਆ ਨੂੰ ਰਾਹ ਦਿਖਾ ਰਿਹਾ ਹੈ, ਬਹੁਤ ਵੱਡਾ ਅੰਦੋਲਨ ਹੈ। ਇਹੋ ਜਿਹੇ ਅੰਦੋਲਨ ਦੁਨੀਆ ਭਰ 'ਚ ਹੋਣੇ ਚਾਹੀਦੇ ਨੇ, ਇਸ ਤਰੀਕੇ ਦੇ ਹੋਣੇ ਚਾਹੀਦੇ ਨੇ। ਉਹਦਾ ਸੇਕ ਜਾ ਰਿਹਾ ਸਾਰੇ ਕਿਤੇ। ਦੁਨੀਆ ਪੱਧਰ ਤੇ ਸਰਕਾਰ ਦੀ ਜਿਹੜਾ ਛਵੀ ਆ ਉਹ ਖਰਾਬ ਹੋ ਰਹੀ ਹੈ। ਦੇਸ਼ ਦੇ ਅੰਦਰ ਵੀ ਉਹਦੇ ਤੇ ਸਵਾਲ ਉੱਠ ਰਹੇ ਨੇ। ਇਸ ਕਰਕੇ ਉਹਦਾ ਬੈਠਿਆਂ ਦਾ ਪ੍ਰਭਾਵ, ਉਹ ਸਬਰ ਨਾਲ ਬੈਠੇ ਹੋਏ ਨੇ। ਸਬਰ ਦੀ ਜਿਹੜੀ ਆਵਾਜ਼ ਹੁੰਦੀ ਹੈ ਨਾ, ਚੁੱਪ ਦੀ ਆਵਾਜ਼, ਉਹ ਕਹਿੰਦੇ ਨੇ ਉਹ ਦੂਜੀ ਕਈ ਵਾਰ ਰੌਲਾ ਪਾਉਣ ਨਾਲੋਂ ਆਵਾਜ਼ ਵੱਡੀ ਹੁੰਦੀ ਹੈ। ਇਸ ਲਈ ਇਹ ਗੱਲ ਹੈ ਕਿ ਉੱਥੇ ਇੰਨੇ ਹਜ਼ਾਰਾਂ ਬੰਦਾ ਲਗਾਤਾਰ ਬੈਠਣਾ, ਘਰ-ਬਾਰ ਛੱਡ ਕੇ, ਠੰਡ 'ਚ, ਗਰਮੀ 'ਚ, ਮੱਛਰ ਲੜਦਾ ਹੈ, ਇਹ ਤਪੱਸਿਆ ਹੈ। ਤੇ ਇਹ ਤਪੱਸਿਆ 'ਚ ਬਹੁਤ ਜਾਨ ਹੁੰਦੀ ਹੈ, ਬਹੁਤ ਵੱਡੇ। ਅਜੇ ਸਾਡੇ ਲੋਕ ਜਿਹੜੇ ਜਲਦਬਾਜ਼ੀ 'ਚ ਨੇ, ਉਹਨਾਂ ਨੂੰ ਐਂ ਲੱਗਦਾ ਵੀ ਫਟਾਫਟ ਕੁਛ ਕਰੋ ਜਾਂ ਨਿਬੇੜ ਦਿਓ ਤੇ ਉਹ ਘਰ ਨੂੰ ਜਾਈਏ। ਇਹ ਉਹਨਾਂ ਦੀ ਅਪਰੋਚ ਹੈ ਜਿਹੜੀ ਦੂਜੀ ਹੈ। ਸੋ ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਦੇ ਲਈ। ਸੋ ਤੁਸੀਂ ਦੇਖਿਆ ਸੀਨੀਅਰ ਪੱਤਰਕਾਰ ਜੀ ਸਾਡੇ ਨਾਲ ਮੌਜੂਦ ਸੀਗੇ, ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਜੋ ਨੇ ਰੱਖੇ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ। ਹਾਲਾਂਕਿ ਹੁਣ ਦੇਖਣਾ ਇਹ ਹੋਵੇਗਾ ਕਿ ਜੋ 22 ਜੁਲਾਈ ਤੋਂ ਸੰਸਦ ਵੱਲ ਕੂਚ ਕਰਨ ਦਾ ਕਿਸਾਨਾਂ ਵੱਲੋਂ ਸੱਦਾ ਜੋ ਹੈ, ਜਥੇਬੰਦੀਆਂ ਉਹਨਾਂ ਦੇ 5-5 ਮੈਂਬਰ ਜਾਣਗੇ, ਉਹ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਾਉਂਦਾ ਹੈ। ਜ਼ਿਆਦਾ ਜਾਣਕਾਰੀ ਦੇ ਲਈ ਬਣੇ ਰਹੋ ਨਿਰਪੱਖ ਪੋਸਟ ਦੇ ਨਾਲ। ਖਬਰ ਦੀ ਨਿਰਪੱਖ ਆਵਾਜ਼। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ। ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।